Now sum number second of same exercise 9.2 statement is classify the following polynomials as monomials, binomials and trinomials. Means जो सानू ये दिता है following polynomials given है इन्हां विच आपां monomials find out करने हैं, binomials दसने हैं ते trinomials दसने हैं. And which polynomials do not fit in any of these categories. ਤੇ ਕਿਹੜੇ polynomials ਹੈਗੇ ਜੋ ਇਹ ਤਿੰਨਾਂ ਦੀ ਕੈਟਾਗਰੀ 'ਚ ਨਹੀਂ ਆਉਂਦੇ ਉਹਨਾਂ ਦੀ ਲਿਸਟ ਆਪਾਂ ਅਲੱਗ ਬਣਾਣੀ ਹੈ. So let's get started. First ਆਪਾਂ ਲਿਖਾਂਗੇ mononomial ਕਿ mononomials ਕਿਹੜੇ ਹੈਗੇ. mononomials ਦੀ ਡੈਫੀਨੇਸ਼ਨ ਆਪਾਂ ਪਿਛਲੀ ਵੀਡੀਓ 'ਚ ਦੇਖੀ ਸੀ ਕਿ mononomials ਕਿਹੜੇ ਹੁੰਦੇ ਜਿਨ੍ਹਾਂ ਦੀ ਇੱਕ ਟਰਮ ਹੋਵੇ. ਠੀਕ ਹੈ. So let's find out the polynomial which are having one term. So ਆਪਾਂ ਹੁਣ ਕੀ ਕਰਾਂਗੇ ਉਹ ਚੈੱਕ ਕਰਾਂਗੇ ਜਿਹਦੀ ਕਿ ਸਿਰਫ ਇੱਕ ਟਰਮ ਹੈ. So first ਦੇਖੋ ਕਿੰਨੀ ਟਰਮਸ ਹੈ ਦੋ. So this is not a mononomial ਇਹ ਇਕੱਲਾ ਹੈ. So this is a mononomial. ਇਹਦੇ 'ਚ ਵੀ ਜ਼ਿਆਦਾ ਟਰਮਸ ਹੈ ਇਹਨੂੰ ਵੀ ਛੱਡ ਦੋ. ਇਹਦੇ 'ਚ ਵੀ ਜ਼ਿਆਦਾ ਟਰਮਸ ਹੈ 3 ਟਰਮਸ ਹੈ. ਇਹ ਵੀ mononomial ਨਹੀਂ ਇਹਦੇ ਵਿੱਚ 2 ਟਰਮਸ ਹੈ. ਇਹਦੇ ਵਿੱਚ 1 2 3 ਅਗੇਨ 3 ਟਰਮਸ. ਇਹਦੇ ਵਿੱਚ 1 2 3 ਅਗੇਨ 3 ਟਰਮਸ. ਇਹਦੇ ਵਿੱਚ 2 ਟਰਮਸ ਹੈ 1 2. ਇਹਦੇ ਵਿੱਚ 1 2 3 4 again 4 terms. So again this is not a mononomial. This is a mononomial having one term p q r, 2 terms 2 terms. So only these two polynomials are the mononomials. Second है binomial. Binomials word तो पता लगता है by means ਹੁੰਦਾ 2. ਹੁਣ ਆਪਾਂ ਇਹਨਾਂ ਵਿੱਚ ਚੈੱਕ ਕਰਨੇ ਜਿਨ੍ਹਾਂ ਦੀ ਦੋ ਟਰਮਸ ਹੈਗੀਆਂ. ਦੇਖੋ ਫਸਟ ਹੈ 2 ਟਰਮਸ ਹੈਗੀਆਂ x ਤੇ y. ਇਹ ਆ ਗਿਆ ਬਾਈਨੋਮੀਅਲ. ਇਹ ਨਹੀਂ ਗਾ ਇਹ ਵੀ ਨਹੀਂ ਗਏ ਕਿਉਂਕਿ ਇਹਦੇ ਵਿੱਚ 4 ਟਰਮਸ ਹੈ. ਇਹਦੇ ਵਿੱਚ 3 ਟਰਮਸ ਹੈ. ਇਹਦੇ ਵਿੱਚ 2 ਟਰਮਸ ਹੈ. ਅਗੇਨ ਬਾਈਨੋਮੀਅਲ. ਇਹਦੇ ਵਿੱਚ ਦੇਖੋ 1 2 3 फिर अगेन देखो 1 2 3 ਇਹ ਵੀ ਨਹੀਂ ਗਾ ਇਹ ਦੋ ਟਰਮਸ ਹੈਗੀਆਂ ਬਾਈਨੋਮੀਅਲ. ਇਹਦੇ ਵਿੱਚ ਦੇਖੋ 1 2 3 4 ਇਹ ਵੀ ਨਹੀਂ ਗਏ ਇਹ ਵੀ ਨਹੀਂ ਹੈ ਇਹ ਬਾਈਨੋਮੀਅਲ ਹੈਗੇ ਦੋ ਟਰਮਸ ਹੈ p square q plus pq square. नेक्स्ट ਇਹ ਵੀ ਦੋ ਬਾਈਨੋਮੀਅਲ. ठीक है. So these are the binomials, these polynomials. नेक्स्ट है ट्राइनोमियल. ट्राइनोमियल्स की होंगे हैं जिन्हां विच 3 टर्म्स होंदी हैं. ठीक है. 3 टर्म्स वाले चेक कर लो. ए भी नहीं है ए भी नहीं है. ਇਹਦੇ ਵਿੱਚ ਵੀ 4 टर्म्स है. ए 3 टर्म वाली आ गई. ठीक. 3x 7 plus y plus 5x. ठीक. ਇਹਦੇ ਵਿੱਚ 2 है ਇਹਦੇ ਵਿੱਚ 3 है. ਇਹ ਹੈਗਾ ट्राइनोमियल. ठीक है. ये भी ट्राइनोमियल है. 5x minus 4y plus 3xy. ਇਹਦੇ ਵਿੱਚ ਵੀ 2 ਹੈ. ਇਹ ਵੀ ਇਹ ਪਿੱਛੇ ਲਿਖਤਾ ਆਪਾਂ. ਇਹ 4 ਹੈ ਇਹਨੂੰ ਵੀ ਛੱਡ ਦੋ. ਇਹ ਵੀ ਛੱਡਦਾ ਵੀ ਛੱਡਦਾ. ਸੋ ਇਹ ਤਿੰਨ ਜਿਹੜੀ ਹੈਗੀ ਹੈ ਪੋਲੀਨੋਮੀਅਲਸ ਜਿਹੜੇ ਹੈਗੇ ਟ੍ਰਾਈਨੋਮੀਅਲਸ ਹੈ. ਨੈਕਸਟ ਹੈ ਆਪਾਂ ਫਸਟ ਦਾ ਜਵਾਬ ਦੇ ਦਿੱਤਾ ਕਿ ਕਿਹੜੇ ਮੋਨੋਨੋਮੀਅਲ ਹੈ ਕਿਹੜੇ ਬਾਈਨੋਮੀਅਲ ਤੇ ਕਿਹੜਾ ਟ੍ਰਾਈਨੋਮੀਅਲ. ਨੈਕਸਟ ਉਹਨੇ ਕੁਐਸਚਨ ਪੁੱਛਿਆ which polynomials do not fit any of these category. ਸੋ ਆਪਾਂ ਹੁਣ ਇੱਥੇ ਉਹ ਪੋਲੀਨੋਮੀਅਲਸ ਲਿਖਾਂਗੇ ਜੋ ਆਪਾਂ ਤਿੰਨਾਂ ਚ ਨਹੀਂ ਲਿਖੇ. polynomials do not fit any category in any category. ठीक है. ए लिख लिया ਆਪਾਂ दो चे ए भी एक च लिख लिया. ए आएगा क्योंकि देखिए गया 4 टर्म्स ही हैं. इन्हों ਆਪਾਂ किसी कैटेगरी च नहीं लिखा. ए 3 ट्राइनोमियल च लिख लिया. ए 2 है ए भी 3 ए भी 3 ए भी लिख लिया. ए 2 सी ए भी लिख लिया. ਆਪਾਂ ए लिखांगे क्योंकि ये भी 4 ही है. 4 ਨੂੰ ਆਪਾਂ किसी कैटेगरी च नहीं लिखा. बाकी सारे अपन लिख लिए. So these are the polynomials. So this is the second question. So polynomials which do not fit in any category ਉਹ ਕਿਹੜੀ ਹੈਗੀ ਹੈ ਜਿਹਦੇ ਕੀ 4
4 टर्म्स है क्योंकि 3 टर्म्स तक ਅਸੀਂ ਉੱਪਰ ਲਿਖ ਲਿਆ ਸੀ ਇਹਦੀ ਵੀ ਕੀ ਹੈ 4 ਟਰम्स ਇਹਨਾਂ ਸਾਰਿਆਂ ਚੋਂ given ਆਪਾਂ ਐਕਸਪ੍ਰੈਸ਼ਨ ਤੋਂ ਫਾਈਂਡ ਆਊਟ ਕੀਤਾ ਸੋ ਦਿਸ ਇਜ਼ ਆਰ ਸਮ ਨੰਬਰ 2 ਥੈਂਕ ਯੂ ਹਾਂਜੀ ਨਾਓ ਸਟੂਡੈਂਟਸ ਵੀ ਵਿਲ ਲਰਨ ਦ ਐਡੀਸ਼ਨ ਆਫ ਐਲਜੇਬਰਾਇਕ ਐਕਸਪ੍ਰੈਸ਼ਨ ਐਲਜੇਬਰਾਇਕ ਐਕਸਪ੍ਰੈਸ਼ਨ ਨੂੰ ਆਪਾਂ ਐਡ ਕਿੱਦਾਂ ਕਰਨਾ ਉਹ ਸਿੱਖਣਾ ਆਪਾਂ ਸਿੱਖਾਂਗੇ ਐਡ ਕਿੱਦਾਂ ਕਰਨਾ ਸਬਟ੍ਰੈਕਟ ਕਿੱਦਾਂ ਕਰਨਾ ਤੇ ਡਿਵਾਈਡ ਕਿੱਦਾਂ ਕਰਨਾ ਠੀਕ ਹੈ ਫਸਟਲੀ ਆਪਾਂ ਦੇਖਾਂਗੇ ਐਡ ਕਿੱਦਾਂ ਕਰਨਾ ਐਡ ਦਾ ਮਤਲਬ ਜੋੜ ਪਲੱਸ ਕਿੱਦਾਂ ਕਰਨਾ ਠੀਕ ਹੈ ਆਪਾਂ ਇਹਦੇ ਵਾਸਤੇ ਸਾਨੂੰ ਕੀ ਪਤਾ ਹੋਣਾ ਚਾਹੀਦਾ ਪਹਿਲਾਂ ਪਤਾ ਹੋਣਾ ਚਾਹੀਦਾ ਲਾਈਕ ਟਰਮਸ ਕਿਹੜੀਆਂ ਹੁੰਦੀਆਂ ਠੀਕ ਹੈ ਲਾਈਕ ਟਰਮਸ ਕਿਹੜੀਆਂ ਹੁੰਦੀਆਂ ਜਿਨ੍ਹਾਂ ਦੇ ਵੇਰੀਏਬਲ ਸੇਮ ਹੋਣ ਹੁਣ ਇਹ ਸਮਝ ਦੇਖੋ ਕਿਹਨੂੰ ਕਿਹਨੂੰ ਪਲੱਸ ਕਰਨਾ ਹੈ AB BC प्लस CA माइनस CA प्लस CA माइनस A ਇਹਨੂੰ ਕੀ ਕਰ ਦੇਣਾ ਇਹ ਤਿੰਨ ਟਰਮਸ ਦਿੱਤੀਆਂ ਹੋਈਆਂ ਤਿੰਨਾਂ ਨੂੰ ਆਪਾਂ ਕੀ ਕਰ ਦੇਣਾ ਐਡ ਕਿੱਦਾਂ ਕਰਾਂਗੇ ਦੇਖੋ AB BC प्लस क्योंकि वो प्लस करना है ना एवरी टर्म ਇਹ ਟਰਮ ਨੂੰ ਆਪਾਂ ਹਮੇਸ਼ਾ ਬਾਕੀ ਜਿਹੜੀ ਟਰਮ ਲਿਖਦੇ ਆ ਉਹਨੂੰ ਬੇਟਾ ਕੋਸ਼ਿਸ਼ ਕਰੋ ਬ੍ਰੈਕਟ 'ਚ ਲਿਖੋ ਹਮੇਸ਼ਾ ਜਿਹੜੀ ਆਪਾਂ ਨਿਊ ਟਰਮ ਐਡ ਕਰਦੇ ਪਏ ਉਹਨੂੰ ਬ੍ਰੈਕਟ 'ਚ ਲਿਖੋ प्लस CA माइनस AB ठीक इतने तक नेक्स्ट है ਆਪਾਂ ਕੀ ਕਰਨਾ ਹੈ ਬ੍ਰੈਕਟ ਓਪਨ ਕਰਨੀ ਹੈ ਆਪਾਂ ਬੋਰਡ ਮਾਸ से भी सब तो पहला ਕੀ ਦੇਖਦੇ ਹਾਂ ਬ੍ਰੈਕਟ ਓਪਨ ਜਦੋਂ ਬ੍ਰੈਕਟ ਓਪਨ ਕਰਦੇ ਆ ਬਾਹਰ ਪਲੱਸ ਦਾ ਸਾਈਨ ਹੈ ਦੇਖੋ ਇਹ ਬ੍ਰੈਕਟ ਤੋਂ ਬਾਹਰ ਪਲੱਸ ਦਾ ਸਾਈਨ ਹੈ ਤੇ ਅੰਦਰਲਾ ਸਾਈਨ ਚੇਂਜ ਨਹੀਂ ਹੋਏਗਾ क्योंकि अगर बाहर साइन माइनस ਦਾ ਹੁੰਦਾ ਜੋ ਕਿ ਆਪਾਂ ਮਾਈਨਸ ਚ ਕਰਾਂਗੇ ਤੇ ਅੰਦਰਲੇ ਸਾਈਨ ਚੇਂਜ ਹੋ ਜਾਂਦੇ ਉਦੋਂ ਇਸ ਲਈ ਮੈਂ ਬ੍ਰੈਕਟ ਪਾਣਾ ਸਿਖਾਇਆ ਤਾਂ ਕਿ ਤੁਹਾਨੂੰ ਮਾਈਨਸ ਚ ਜਾ ਕੇ ਪ੍ਰੋਬਲਮ ਨਾ ਆਵੇ ਇਹਦੇ ਵਿੱਚ ਵੀ ਕੀ ਆਏਗਾ CA AB ਕਲੀਅਰ ਬ੍ਰੈਕਟ ਜਸਟ ਓਪਨ ਕੀਤੀ ਹੁਣ ਕੀ ਕਰਨਾ ਹੈ ਜਿਹੜੀ ਲਾਈਕ ਟਰਮਸ ਹੈ ਲਾਈਕ ਟਰਮਸ मतलब ਜਿਹੜੀ ਸੇਮ ਵਾਲੀ ਹੈ ਜਿਵੇਂ ਦੇਖੋ AB ਵਾਲੀ ਹੋਰ ਕਿਹੜੀ ਹੈਗੀ ਹੈ AB AB वाली नहीं की BC है CA है नाल टर्म दे नाल ओदा साइन भी जरूर देखना सेम टर्म्स ਆਪਾਂ ਇਕੱਠੇ ਲਿਖ ਲੈਣੀ ਹੈ AB देखो AB ਦੇ ਨਾਲ ਪਲੱਸ ਦਾ ਸਾਈਨ ਸੀ ਤੇ ਪਲੱਸ ਦਾ ਹੀ ਲੱਗਾ ਹੋਇਆ ਮੈਂ ਕੁਝ ਨਹੀਂ ਕਰਨ ਦੀ ਇਹ AB ਹੈ ਲਾਈਕ ਟਰਮਸ ਹੈ ਇਹਦੇ ਨਾਲ ਮਾਈਨਸ ਦਾ ਸਾਈਨ ਹੀ ਤੇ ਮੈਂ ਇੱਥੇ ਮਾਈਨਸ ਦਾ ਸਾਈਨ ਲਾ ਕੇ ਆਈ ਠੀਕ नेक्स्ट आ जाओ BC वाली माइनस BC है BC वाली और कोई टर्म है नहीं इनू इतना ही लिख देना क्योंकि दूसरी कोई टर्म है बाकी टर्म्स बच गई CA वाली तीनों टर्म CA वाली लिख लो CA माइनस CA प्लस CA ਆਪਾਂ ਕੀ ਕਰ ਲਿਆ ਲਾਈਕ ਟਰम्स ਇਕੱਠੀ ਕਰ ਲਈ AB ਵਾਲੀ ਫਿਰ ਕੱਲੀ BC ਵਾਲੀ ਫਿਰ ਸਾਰੀ CA ਵਾਲੀ ਹੁਣ ਇਹਨਾਂ ਨੂੰ ਪਲੱਸ ਮਾਈਨਸ ਕਰਨਾ ਦੇਖੋ AB ਦੇ ਅੱਗੇ ਕਿਹੜਾ ਸਾਈਨ लगा है 1 ਦਾ इस AB ਦੇ ਅੱਗੇ ਵੀ 1 ਸਾਈਨ लगा 1 1 ਕੀ ਹੋ ਗਿਆ 0 ਇਹ ਦੋਨੋਂ ਕੱਟੇ ਗਏ ਇੱਕ ਪਲੱਸ ਦਾ ਇੱਕ ਮਾਈਨਸ ਦਾ BC ਦੇ ਅੱਗੇ ਕੋਈ ਸਾਈਨ ਨਹੀਂ ਹੈਗਾ ਚਾਹੇ BC ਵਾਲਾ ਕੋਈ ਹੋਰ ਹੈਗਾ BC ਕੱਲਾ ਰਹਿ ਜਾਏਗਾ BC BC क्योंकि ਇਹਦੇ ਅੱਗੇ ਹੋਰ ਕੋਈ ਸਾਈਨ ਨਹੀਂ ਹੈਗਾ ਨਾ ਹੀ ਕਿਸੇ ਨੂੰ ਪਲੱਸ ਨਾ ਮਾਈਨਸ ਹੋ ਸਕਦਾ ਕੱਲਾ ਹੈਗਾ ਕਿ ਕੱਲਾ ਬਚ ਗਿਆ CA CA भी CA इकट्ठे गए एक प्लस वाला एक माइनस वाला प्लस माइनस वाले कैंसिल हो गए क्योंकि सेम है एक का CA रह गया प्लस CA सो दिस इज आवर आंसर क्योंकि ये दोनों प्लस माइनस हो नहीं सकते क्योंकि ये BC है CA ਇਹਨਾਂ ਦੇ ਲਾਈਕ ਟਰਮਸ ਨਹੀਂ ਹੈ ਇਹਦਾ ਆਨਸਰ ਆਏਗਾ ਐਡ ਕਰਨ ਤੋਂ ਬਾਅਦ ਸੋ ਦਿਸ ਵਾਸ ਆवर फर्स्ट पार्ट चलो नेक्स्ट बेटा पार्ट है A minus B plus AB B minus C plus BC C minus A plus AC ਹੁਣ ਕੀ ਕਰਾਂਗੇ ਪਹਿਲਾਂ ਨੂੰ ਸਭ ਤੋਂ ਪਹਿਲਾਂ ਬ੍ਰੈਕਟ 'ਚ ਲਿਖ ਕੇ ਐਡ ਕਰ ਦਾਂਗੇ ਠੀਕ ਹੈ ਫਸਟ ਵਾਲੇ ਨੂੰ ਬ੍ਰੈਕਟ 'ਚ ਪਾਉਣ ਦੀ ਲੋੜ ਨਹੀਂ plus B minus C plus BC plus C minus A plus AC की करो ब्रैकेट ओपन कर दो A माइनस B प्लस AB बाहर प्लस का साइन है इसलिए कोई साइन चेंज नहीं होएगा साइन विल रिमेन सेम अगर बेटा बाहर माइनस का साइन होवे ते अंदरले साइन चेंज हो जाते हैं बट इथे माइनस प्लस का साइन है इसलिए कोई साइन चेंज नहीं होएगा
ध्यान नाल ये लाइन सुननी है, मेन लाइन हैगी है प्लस माइनस च, ठीक है। हुण देखो सारी ब्रैकेट्स ओपन हो गई। हुण आपां की करना है, लाइक टर्म्स नू इकट्ठा कर लेना। सब तो पहला ए ले लो, ए फिर कितनी है आ ए, ठीक है, कल्ला ए वाला। ए सी नहीं लेना ना ए भी लेना, कल्ला ए दे साइन नाल केड़ा साइन लगा माइनस ए आ जाएगा, ठीक है। हुण बी वाला माइनस बी वाले देख लो आ प्लस बी, और कोई बी वाला है नहीं। हुण ए बी वाला देख लो, प्लस ए बी वाला कोई है नहीं। फिर बी वाला पर लिख लिया, सी वाला लिख लो, सी माइनस सी ए प्लस सी, ठीक। एक बी सी वाला बेटा तुम अगे पीछे भी लिख सकते, कोई गल नहीं की, बट मेक श्योर कि तुम सारे टर्म्स लिखो। ये अगे पीछे भी लिख लो, कोई गल नहीं, पर गल है कि तुम सारे टर्म्स लिखने हैं विद देयर साइन बिल्कुल करेक्ट होने चाहिए। एसी में लास्ट ही लिखा जी, मैं विचकार भी लिखने थे तभी मेरा सम गलत नहीं सी होना, बट एसी गल मेन गल है कि एसी पॉजिटिव है, प्लस वाला है, प्लस वाला ही रहना चाहिए भावें जिथे मर्जी लिखा हो। सो ए माइनस एदा कोफिशिएंट 1 है, एदा कोफिशिएंट भी 1 है, 1 माइनस 1 0, ए कटिया गया 0। ए भी एक प्लस वाला है, एक माइनस वाला है, ए भी कटे गए, ए भी आ गया 0, ठीक है। सी वाला भी देखो, एक प्लस वाला एक माइनस वाला, कटे गए 0, रह गई गया ए बी प्लस बी सी प्लस ए सी। सो दिस इज आवर आंसर। सो दिस वाज आवर सेकंड पार्ट। चलो हाँ जी बेटा, नाउ कम टू नेक्स्ट क्वेश्चन, नेक्स्ट पार्ट ऑफ सेम क्वेश्चन। 2p square q square minus 3pq plus 4। Third part of same question, 2p square q square minus 3pq plus 4, 5 plus 7pq minus 3p square q square। ए ਆਪਾਂ ਦੋਨਾਂ ਨੂੰ प्लस कर, प्लस करन ਲਈ ਕੀ ਕਰਾਂਗੇ, ਦੋਨੋਂ ਐਕਸਪ੍ਰੈਸ਼ਨ ਨੂੰ ਲਿਖਾਂਗੇ, ਜਿਹੜਾ ਦੂਜਾ ਵਾਲਾ ਐਕਸਪ੍ਰੈਸ਼ਨ ਉਹਨੂੰ ਬ੍ਰੈਕਟ 'ਚ ਲਿਖਾਂਗੇ। ਬ੍ਰੈਕਟ 'ਚ ਆਪਾਂ ਕਿਉਂ ਲਿਖਦੇ ਆ, ਤਾਂ ਕਿ ਜਦੋਂ ਆਪਾਂ ਮਾਈਨਸ ਵਾਲਾ ਕੁਐਸਚਨ ਕਰਨਾ ਤੇ ਸਾਨੂੰ ਕਨਫਿਊਜ਼ਨ ਨਾ ਹੋਵੇ, ਤੇ ਸਾਡੀ ਹੈਬਿਟ ਬਣੇਗੀ ਆਪਾਂ ਬ੍ਰੈਕਟ 'ਚ ਜ਼ਰੂਰ ਲਿਖਣਾ ਹੈ ਜਿਹੜੀ ਵੀ ਚੀਜ਼ ਨੂੰ ਆਪਾਂ ਪਲੱਸ ਕਰਦੇ ਪਏ। ਦੇਖੋ ਇਹ ਵਾਲੇ 'ਚ ਆਪਾਂ ਨਿਊ ਚੀਜ਼ ਐਡ ਕੀਤੀ ਨਾ, ਸੋ ਆਲਵੇਸ ਨਿਊ ਚੀਜ਼ ਨੂੰ ਬ੍ਰੈਕਟ 'ਚ ਲਿਖੋ। ਹੁਣ ਸਾਡਾ ਕੀ ਮੇਨ ਕੰਮ ਹੈਗਾ, ਬ੍ਰੈਕਟ ਓਪਨ ਕਰੋ, 2p square q square minus 3pq plus 4 plus 5, बाहर प्लस का साइन है, so no need to change, साइन will remain same, साइन सेम रहेंगे। हुन देखो फर्स्ट देखो लाइक टर्म्स इकट्ठी करनी है, वेरिएबल्स देखो p स्क्वायर q स्क्वायर, ए हैगा p स्क्वायर q स्क्वायर, ठीक है। अब पहला दोनों ने इकट्ठे लिख लेना है, 2p स्क्वायर q स्क्वायर माइनस 3p स्क्वायर q स्क्वायर, ठीक है। लाइक टर्म्स इकट्ठी होगी। उस तो दूसरी टर्म है pq वाली, ए या pq वाली ते एक ए या pq वाली, 3 माइनस 3pq प्लस 7pq, ठीक है। उस तो बाद ए दोनों टर्म्स रह गई हैं, 4 प्लस 5 कॉन्स्टेंट्स, इन्होंने इकट्ठा कर लिया। हुन दोनों टर्म्स को सॉल्व कर लो। देखो इहदा कोएफिशिएंट की है 2, इहदा कोएफिशिएंट की है -3, 2 - 3 -1, ते वेरिएबल सेम रह जाना, p स्क्वायर q स्क्वायर, 2 विचों 3 गए -1, ठीक है। ते वेरिएबल ਆਪਾਂ एज इट इज ही लिख लांगे, -3pq + 7pq। ਇਹਦੇ ਵਿੱਚ ਦੇਖੋ ਆਪਾਂ ਕੀ ਕਰਨਾ, ਕਾਂਸਟੈਂਟਸ ਨੂੰ ਮਾਈਨਸ ਕਰੋ, वेरिएबल सेम रहने दो। कांस्टेंट है -3 + 7 आएगा +4, क्योंकि बड़ी वाली रकम के नाल प्लस का साइन है। pq सेम रहेगा, वेरिएबल सेम, ये दोनों कांस्टेंट्स ही, दोनों को प्लस कर दो, की आ गया 9। सो दिस इज आवर आंसर। नाउ लास्ट
साइन जिथे जिथे कॉमा उत्थे प्लस पानी पई है ते नवी चीज नु ब्रैकेट च लिखनी ताकि पता लगे कि आपां इहदे च न्यू चीज ऐड कीती है। ठीक है, नाउ ओपन द ब्रैकेट l square plus n square m square plus n square ब्रैकेट ओपन करांगे, कोई साइन चेंज नहीं होएगा क्योंकि बाहर प्लस का साइन है। 2lm 2mn plus 2nl। ठीक है, हुन देखो इकट्ठे कर लो l स्क्वायर वाले आ l स्क्वायर है, l स्क्वायर वाला किहड़ा है एक है, दोनों ਨੂੰ ਇਕੱਠੇ लिख लो l स्क्वायर, ਇਹਦੇ ਅੱਗੇ ਲੈਫਟ ਸਾਈਡ प्लस ਦਾ ਸਾਈਨ ਹੈ ਤੇ प्लस ਆ ਜਾਏਗਾ l स्क्वायर। फिर m स्क्वायर वाले एक आया m स्क्वायर एक आया m स्क्वायर प्लस m स्क्वायर, n स्क्वायर वाले आया n स्क्वायर वाला एक आया n स्क्वायर प्लस n स्क्वायर एज इट इज ही रह जाएगा 2lmn 2mn 2nl। ठीक है, ए की हो जाएगा, ਇਹਦਾ ਕੋਐਫੀਸ਼ੀਐਂਟ 1 है, ਇਹਦਾ ਕੋਐਫੀਸ਼ੀਐਂਟ भी 1 है, तो ਕੀ आ गया 2 ਤੇ l स्क्वायर इको वाली वेरिएबल विल रिमेन सेम, ਇਹਦਾ भी कोएफिशिएंट 1 ਇਹਦਾ भी 1 ਕੀ आ गया 2 क्योंकि दोनों प्लस ਸੀ, ਇੱਥੇ भी 2 n स्क्वायर सेम ਤੇ आ गया 2 lm mn so this is our fourth part। now beta sum number 4 ਇਹਦੇ ਵਿੱਚ ਆਪਾਂ ਸਿੱਖਣਾ ਹੈ सबट्रैक्शन, माइनस करना, घटाओ कि ਆਪਾਂ अलजेब्राइक एक्सप्रेशन से घटाओ कितना करनी है। क्वेश्चन है सबट्रैक्ट 4a 7ab 3b 12 from 2a 9ab 5b 3। ਆਪਾਂ ਕੀ ਕਰਨਾ ਹੈ सबट्रैक्ट करना है ਇਹਦੇ ਵਿੱਚੋਂ ਇਹਨੂੰ, ਜਦੋਂ ਇੰਗਲਿਸ਼ 'ਚ ਲਿਖਿਆ ਹੋਵੇ ਨਾ ਉਦੋਂ ਜਿਹੜਾ from ਤੋਂ ਬਾਅਦ ਲਿਖਿਆ ਹੁੰਦਾ ਨਾ ਉਹਨੂੰ ਆਪਾਂ ਪਹਿਲਾਂ ਲਿਖਦੇ, ठीक है, तो जो पहला लिखा हो ਉਹਨੂੰ ਬਾਅਦ ਚ ਲਿਖਦੇ। ਹਮੇਸ਼ਾ वर्ड देखना है सबट्रैक्ट ਤੇ ਇੱਕ वर्ड देखना हमेशा from। ਪੰਜਾਬੀ ਚ ਤੁਹਾਨੂੰ ਦਿੱਤਾ ਹੋਏਗਾ ਕਿ ਇਹਦੇ ਵਿੱਚੋਂ ਇਹ ਘਟਾਓ, ਠੀਕ ਹੈ, ਉਹਦੇ ਵਿੱਚ ਆਪਾਂ ਡਾਇਰੈਕਟ ਲਿਖਣਾ ਹੈ, ਬਟ ਜੇ ਤੁਸੀਂ ਇੰਗਲਿਸ਼ ਚ ਦੇਖੋਗੇ ਜਿੱਥੇ ਲਿਖਿਆ ਹੋਊਗਾ from ਉਹਦਾ ਜਿਹੜਾ ਬਾਅਦ ਵਾਲਾ ਜੋ ਲਿਖਿਆ ਹੋਏਗਾ ਨਾ ਉਹਨੂੰ ਆਪਾਂ ਹਮੇਸ਼ਾ ਪਹਿਲਾਂ ਲਿਖਣਾ ਹੈ, ਕਿਉਂਕਿ ਜਦੋਂ ਆਪਾਂ ਇਹਦੀ ਪੰਜਾਬੀ ਚ ਟ੍ਰਾਂਸਲੇਸ਼ਨ ਕਰਦੇ ਹਾਂ ਕੀ ਲਿਖਿਆ ਵਾ ਕਿ ਇਹਨੂੰ from ਦਾ मतलब ਕੀ ਹੁੰਦਾ ਵਿੱਚੋਂ, ਠੀਕ ਹੈ ਨਾ, ਇਹਨੂੰ ਇਹਦੇ ਵਿੱਚੋਂ ਘਟਾਓ, ਇਹਨੂੰ ਘਟਾਓ ਇਹਦੇ ਵਿੱਚੋਂ, ਠੀਕ ਹੈ ਨਾ, ਤਾਂ ਮਤਲਬ ਕੀ ਹੋਇਆ ਕਿ ਇਹਨੂੰ ਪਹਿਲਾਂ ਲਿਖਣਾ ਹੈ 12a 9ab 5b 3। ਇਹਦੇ ਵਿੱਚੋਂ ਇਹਨੂੰ ਘਟਾਓ, ਮਾਈਨਸ ਸਾਈਨ ਮੈਂ ਤੁਹਾਨੂੰ ਕਿਹਾ ਹਮੇਸ਼ਾ ਪਾਣਾ ਹੈ, ब्रैकेट हमेशा पानी है। देखो बेटा मैं पूरा टर्म लिख लिया तो इन्हों ब्रैकेट च ही रहता है, क्लियर। -7ab +3b +12 इज दैट क्लियर। हाँ सच 4a रह गया, 4a -7b +3b +12 दिस इज अ क्वेश्चन। हुन की करना आप ब्रैकेट ओपन करनी है 12a -9ab +5b -3। हुन की करांगे ब्रैकेट ओपन करांगे, ब्रैकेट दे बाहर साइन हैगा माइनस दा, जदों साइन होवे ना माइनस दा अंदरले सारे साइन चेंज कर देने। चेंज का मतलब है जिथे प्लस लिखा होगा उत्थे आप माइनस लिख देना, जिथे माइनस लिखा होगा उत्थे प्लस लिख देना, दैट्स इट। हुन देखो पहला जिहड़ा लगा ही 4a, 4a दे नाल प्लस दा साइन लगा ही, मैं ब्रैकेट नहीं देखना, जदों इहनूं खोलिया ते 4a दा साइन देखियो माइनस हो गया। हुन देखो 7ab दे नाल माइनस दा साइन सी, ए चेंज हो गया, हो जाएगा प्लस दा। हुन 3ab दे नाल प्लस दा साइन सी, ए हो जाएगा माइनस दा। 12 प्लस दा सी, ए हो जाएगा माइनस दा। बस इतना ही डिफरेंस सी, ए समझे। पहला डिफरेंस सी फ्रॉम वाला कि ਆਪਾਂ बाद वाली टर्म पहला लिखनी है ते पहला वाली टर्म बाद च लिखनी है, तो वो भी ब्रैकेट च। फिर हैगा ब्रैकेट ओपन करने वाला, ब्रैकेट ओपन किया तो सारे साइन चेंज कर देना,
फिर उसी तरह करना, लाइक टर्म्स इकट्ठी कर लेनी। देखो ए वाली 12a 4a इकट्ठे लिख लो, 12a 4a माइनस वाला ही 4a। हुन चाहे तो b वाले भावे इकट्ठे कर लो ते भावे ab वाले इकट्ठे कर लो, जेड़ा मर्जी कर लो। ab वाले कर लेने माइनस 9ab ते प्लस 7ab। हुन b वाले कर लो प्लस 5b माइनस 3b। टर्म्स कोई आप छड्डनी नहीं है, भावे अगे पीछे लिख लो कोई गल नहीं, बट कोई टर्म रहनी नहीं चाहिए। 12a माइनस 4, 12 विच 4 गए 8a। हुन इहदे विच देखो वेरिएबल सेम रहेगा। हुन इत्थे हैगा 9 माइनस 9 प्लस 7, 9 विचों 7 गए 2 ते साइन वड्डी वाली रकम दा आ गया -2 ते वेरिएबल सेम। फिर b वाले 5 विचों 3 गए 2, साइन वड्डी वाली रकम दा +2 आएगा। वेरिएबल b सी b एज इट इज रह गया। इन्हां दोनों दे के माइनस दा साइन माइनस माइनस प्लस है गया, साइन वड्डी वाली रकम दा -15। दिस इज आवर आंसर, दिस इज आवर फर्स्ट पार्ट।